Hello दोस्तों, welcome to Siddhi Punjab. So today we are going to discuss all the current affairs that are relevant from 21st to 27th October. आज मैं एक हफ्ते ਦੇ combined current affairs discuss ਕਰਨ ਵਾਲੀ ਹਾਂ, right? So we'll get into the discussion, but before that, I would like to introduce all the programs that we are already running. So prelims ਦੀ preparation ਲਈ test series ਜਿਹੜੀ ਅਸੀਂ already launch ਕਰ ਚੁੱਕੇ ਹਾਂ for your comprehensive preparation we have launched this test series ਤਾਂ ਕਿ ਤੁਸੀਂ ਆਪਦਾ ਸਾਰਾ ਦਾ ਸਾਰਾ ਸਿਲੇਬਸ ਪੰਜਾਬ ਵਰਲਡ ਹਿਸਟਰੀ ਆਈਆਰ ਪੋਲਿਟੀ ਇਕਨੋਮੀ ਸ਼ਡਿਊਲਡ ਮੈਨਰ ਵਿੱਚ ਤਿਆਰ ਕਰ ਸਕੋ। ਇਹ ਟੈਸਟ ਸੀਰੀਜ਼ ਦੇਖੋ ਤੁਹਾਨੂੰ ਇੱਕ ਟਾਈਮ ਟੇਬਲ ਫੋਲੋ ਕਰਨ ਤੇ ਡਿਸਪਲਿਨਡ ਰੱਖੇਗੀ ਤੇ ਤੁਹਾਡੀ ਸਾਰੀ ਦੀ ਸਾਰੀ ਰਿਵੀਜ਼ਨ ਜਿਹੜੀ ਹੈ ਸਾਰੇ ਸਿਲੇਬਸ ਦੀ ਰਿਵੀਜ਼ਨ ਜਿਹੜੀ ਹੈ ਉਹ ਮਲਟੀਪਲ ਟਾਈਮਸ ਕਰਨ ਵਿੱਚ ਹੈਲਪ ਕਰੇਗੀ। ਪਹਿਲਾਂ ਸੈਕਸ਼ਨਲ ਟੈਸਟ ਹੋਣਗੇ, ਯਾਨੀ ਕਿ ਜਿਵੇਂ ਪੋਲਿਟੀ ਦੇ 2 ਟੈਸਟ, ਇਕਨੋਮੀ ਦੇ 2, ਜੀਓਗ੍ਰਾਫੀ ਦੇ 2 ਐਂਡ ਫਾਈਨਲੀ ਤੁਹਾਡੇ ਕੋਲ ਫਾਈਨਲ ਟੈਸਟ ਵੀ ਆਣਗੇ, ਫੁੱਲ ਲੈਂਥ ਟੈਸਟ, ਇੱਕ ਪੰਜਾਬ ਦਾ ਫੁੱਲ ਤਾਂ ਕਿ ਪੰਜਾਬ ਦਾ ਸਾਰਾ ਸਿਲੇਬਸ ਪ੍ਰਿਪੇਅਰ ਹੋ ਜਾਵੇ ਐਂਡ ਦੈਨ ਬਾਕੀ ਸਬਜੈਕਟਸ ਦਾ ਓਵਰਆਲ ਫੁੱਲ ਲੈਂਥ ਟੈਸਟ ਜਿਹੜਾ ਹੈ ਉਹ ਹੋਣਗੇ ਐਸ ਪਰ ਦੀ ਐਗਜ਼ਾਮੀਨੇਸ਼ਨ ਪੈਟਰਨ, ਰਾਈਟ। ਉਸ ਤੋਂ ਬਾਅਦ ਮੈਂਟਰਸ਼ਿਪ ਪ੍ਰੋਗਰਾਮ ਵੀ ਸਾਡਾ ਚੱਲ ਰਿਹਾ ਹੈ, ਜਿਹਦੇ ਵਿੱਚ ਐਵਰੀਥਿੰਗ ਅਬਾਊਟ ਦਾ ਐਗਜ਼ਾਮੀਨੇਸ਼ਨ ਵੀ ਆਰ ਟੀਚਿੰਗ ਕਿ ਤੁਸੀਂ ਕਿਵੇਂ ਨੋਟਸ ਬਣਾਉਣੇ ਹੈ, ਕਿਵੇਂ ਪੜ੍ਹਨਾ ਹੈ, ਸੀਸੈਟ ਪੋਰਸ਼ਨ ਕਿਵੇਂ ਪ੍ਰਿਪੇਅਰ ਕਰਨਾ ਹੈ, ਲੈਂਗੁਏਜ ਪੇਪਰਸ ਕਿਵੇਂ ਪ੍ਰਿਪੇਅਰ ਕਰਨੇ ਹੈ, ਕੰਸਿਸਟੈਂਸੀ ਕਿਵੇਂ ਮੇਨਟੇਨ ਰੱਖੋ, ਅਪਸ ਐਂਡ ਡਾਊਨਸ ਨੂੰ ਕਿਵੇਂ ਡੀਲ ਕਰੋ, ਟੈਸਟ ਸੀਰੀਜ਼ ਦਾ ਯੂਜ਼ ਕਿਵੇਂ ਕਰਨਾ ਹੈ, ਆਲ ਆਫ ਦੈਟ ਇਜ਼ ਬੀਂਗ ਟੌਟ ਇਨ ਦਿਸ ਵੀਡੀਓ ਕੋਰਸ। ਸੋ ਤੁਸੀਂ ਇਹਨੂੰ ਵੀ ਕੰਸੀਡਰ ਕਰ ਸਕਦੇ ਹੋ ਐਂਡ ਕਰੰਟ ਅਫੇਅਰਸ ਜਿਵੇਂ ਕਿ ਬਹੁਤ ਇੰਪੋਰਟੈਂਟ ਪਾਰਟ ਹੈ ਆਪਣੀ ਪ੍ਰੈਪਰੇਸ਼ਨ ਦਾ, ਇਸੇ ਲਈ ਆਪਾਂ ਇਹ ਡਿਸਕਸ਼ਨਸ ਕਰ ਰਹੇ ਹਾਂ। ਤਾਂ ਪਿਛਲੇ 7 ਮਹੀਨੇ ਦੀ ਕਰੰਟ ਅਫੇਅਰਸ ਦੀ ਮੈਗਜ਼ੀਨਸ ਦੇ ਕੰਬੋ ਬਣਾ ਕੇ ਮੈਨੇ ਇੱਕ ਵੈਬਸਾਈਟ ਤੇ ਲਾਂਚ ਕਰ ਦਿੱਤਾ ਹੈ। ਤੁਸੀਂ ਇਹ ਕੰਬੋ ਜਿਹੜਾ ਹੈ ਦੇਖ ਸਕਦੇ ਹੋ, ਸਾਰੀ ਦੀ ਸਾਰੀ ਫਾਈਲਸ ਜਿਹੜੀਆਂ ਅੱਛੇ ਤਰੀਕੇ ਨਾਲ ਪੜ੍ਹੋ, ਉਸ ਚੋਂ ਕੁਇਕ ਸ਼ਾਰਟ ਨੋਟਸ ਬਣਾ ਲਓ ਜਸਟ ਫॉर योर ਰੈਫਰੈਂਸ, ਵਨ ਪਲੇਸ ਨੋਟਸ ਵਨ ਟੌਪਿਕ ਲਈ, ਤੇ ਦੈਟ ਇਜ਼ ਹਾਊ ਦਿਸ ਇੰਟਾਇਰ package is going to help you in preparing comprehensively current affairs। ਪੰਜਾਬ ਦੇ ਜਿੰਨੇ ਵੀ ਐਗਜ਼ਾਮਸ ਆ ਸਾਰੇ ਕਿਤੇ ਕੰਮ ਆਣਗੇ, ਸਪੈਸ਼ਲੀ ਸਬਜੈਕਟਿਵ ਐਗਜ਼ਾਮਸ 'ਚ ਬਹੁਤ ਕੰਮ ਆਏਗਾ। UPSC ਦੇ ਵਿੱਚ ਵੀ 50 to 60% at least this is covering, right? If you have any doubt, any query, message us on this number for more info, right? Let's get into the discussion। काफी सारे टॉपिक्स है आज ਆਪਾਂ ਜਿਹੜੇ डिस्कस ਕਰਨ ਵਾਲੇ हैं। डायरेक्टली मैं डिस्कशन ਵਿੱਚ जंप करदी हैं। You can pause and check the topics if you want to, right? फर्स्ट टॉपिक है पंजाब गवर्नमेंट स्ट्रगल्स टू यूटिलाइज रीसाइकल 185 ਲੱਖ ਟਨਸ ਆਫ ਪੈਡੀ ਸਟ੍ਰॉ। ਦੇਖੋ ਪੰਜਾਬ ਵਿੱਚ ਸਟਬਲ ਬਰਨਿੰਗ ਦਾ ਬਹੁਤ ਇਸ਼ੂ ਹੈ। ਪੈਡੀ ਸਟ੍ਰॉ ਨੂੰ ਮੈਨੇਜ ਕਿਵੇਂ ਕਰੀਏ ਤਾਂ ਕਿ ਪੈਡੀ ਸਟ੍ਰॉ ਜਾਂ ਸਟਬਲ ਜਿਹੜਾ ਹੈ ਉਹ ਬਰਨ ਨਾ ਹੋਵੇ, ਉਹਦੇ ਲਈ ਵੀ ਕਾਫੀ ਇਸ਼ੂ ਚੱਲਦਾ ਰਹਿੰਦਾ ਹੈ। ਠੀਕ ਹੈ, ਹੁਣ ਇਹ ਡਾਟਾ ਆਪਣੇ ਐਗਜ਼ਾਮਸ ਲਈ ਕਾਫੀ ਅੱਛਾ ਹੈ। ਡਿਟੇਲਡ ਸਟਬਲ ਬਰਨਿੰਗ ਤੇ ਡਿਸਕਸ਼ਨ ਮੈਂ ਆਲਰੇਡੀ ਕਰ ਚੁੱਕੀ ਹਾਂ 17 ਜੈਨ ਨੂੰ, ਤੁਸੀਂ ਚਾਹੋ ਤਾਂ ਉਸ 17 ਜੈਨ ਦੀ ਡਿਸਕਸ਼ਨ ਵੀਡੀਓਜ਼ 'ਚ ਜਾ ਕੇ ਦੇਖ ਸਕਦੇ ਹੋ। ਸਟਬਲ ਬਰਨਿੰਗ ਪੂਰਾ ਡਿਟੇਲ ਵਿੱਚ ਮੈਂ ਕਵਰ ਕੀਤਾ ਹੈ, ਬਟ ਇੱਥੇ ਐਡ ਔਨ ਪੁਆਇੰਟਸ ਹੈ ਜਿਹੜੇ ਆਪਾਂ ਆਪਦੇ ਨੋਟ 'ਚ ਇਨਕਲੂਡ ਕਰਨੇ ਹੈ। So every year, as per this current data, every year Punjab is producing 185 lakh tons of paddy straw। ਬਹੁਤ ਵੱਡਾ ਅਮਾਉਂਟ ਹੈ, ਰਾਈਟ। ਅਗਰ ਤੁਸੀਂ ਪੰਜਾਬ ਦੀ ਪ੍ਰੋਸੈਸਿੰਗ ਕਪੈਸਿਟੀ ਦੇਖੋ, ਪੈਡੀ ਸਟ੍ਰॉ ਪ੍ਰੋਸੈਸਿੰਗ ਕਪੈਸਿਟੀ, ਤਾਂ ਪੰਜਾਬ ਕੋਲ 42 CNG ਯੂਨਿਟਸ ਹੈ, 14 ਬਾਇਓਮਾਸ ਪਲਾਂਟਸ ਹੈ ਤੇ ਇੱਕ ਇਥਨੋਲ ਯੂਨਿਟ ਹੈ। ਇਹ ਸਾਰਾ ਮਿਲਾ ਕੇ 30 ਲੱਖ ਟਨਸ ਨੂੰ ਐਵਰੀ ਈਅਰ ਪ੍ਰੋਸੈਸ ਕਰ ਸਕਦਾ ਹੈ, ਬਟ ਪ੍ਰੋਡਿਊਸ ਕਿੰਨਾ ਕਰ ਰਿਹਾ ਪੰਜਾਬ? 185 ਲੱਖ, ਰਾਈਟ। ਸੋ ਬਾਕੀ ਬਚਿਆ 155 ਲੱਖ ਦੇ ਅਰਾਊਂਡ ਟਨਸ ਜਿਹੜਾ ਪੈਡੀ ਸਟ੍ਰॉ ਹੈ ਉਹ ਕਿਵੇਂ ਮੈਨੇਜ ਕੀਤਾ ਜਾਵੇ, ਹੁਣ ਇਹ ਇਸ਼ੂ ਜਿਹੜਾ ਹੈ ਪੰਜਾਬ ਗਵਰਨਮੈਂਟ ਦੇ ਸਾਹਮਣੇ ਆ ਰਿਹਾ ਹੈ, ਰਾਈਟ। ਹੁਣ ਪੰਜਾਬ ਗਵਰਨਮੈਂਟ ਨੇ ਸਟਬਲ ਨੂੰ ਮੈਨੇਜ ਕਰਨ ਲਈ ਇਸ ਤੋਂ ਇਲਾਵਾ ਵੀ ਕਾਫੀ ਸਟੈਪ ਲਿੱਤੇ ਹੈ। ਉਹ ਸਟੈਪਸ ਕਿਆ ਹੈ? ਬ੍ਰਿਕ ਕਿਲਸ ਨੂੰ, ਭੱਠੇ ਵਾਲਿਆਂ ਨੂੰ ਕਿਹਾ ਗਿਆ ਹੈ ਕਿ 20% ਕੋਲ ਦੇ ਨਾਲ ਪੈਡੀ ਸਟ੍ਰॉ ਆਪਦੇ ਫਰਨੈਂਸ ਵਿੱਚ ਮਚਾਉਣ ਲਈ ਉਹ ਯੂਜ਼ ਕਰਨ। ਇੱਟਾਂ ਬਣਾਉਂਦੇ ਹੋਏ ਅੱਗ ਲਾਉਣ ਦੀ ਬੜੀ ਜ਼ਰੂਰਤ ਪੈਂਦੀ ਹੈ, ਉਹਦੇ ਵਿੱਚ ਕੋਲ ਵਗੈਰਾ ਯੂਜ਼ ਹੁੰਦਾ ਹੈ, ਤਾਂ ਉਹਦੀ ਜਗ੍ਹਾ ਪੈਡੀ ਸਟ੍ਰॉ ਯੂਜ਼ ਕੀਤਾ ਜਾਵੇ 20% ਤੱਕ, ਰਾਈਟ। ਇਹ ਪਹਿਲਾ ਸਟੈਪ ਲਿੱਤਾ ਗਿਆ ਹੈ। ਦੈਨ ਥਰਮਲ ਪਲਾਂਟਸ ਨੂੰ ਵੀ ਕਿਹਾ ਹੈ, ਅਗੇਨ ਜਿੱਥੇ ਫਾਇਰਿੰਗ ਦੀ ਜ਼ਰੂਰਤ ਹੁੰਦੀ ਹੈ, ਕੋਲ ਦੀ ਜਗ੍ਹਾ ਪੈਲਟਸ ਨੂੰ, ਸਟ੍ਰॉ ਪੈਲਟਸ ਨੂੰ ਰਿਪਲੇਸ ਕੀਤਾ ਜਾਵੇ। ਦੈਨ ਅਗੇਨ ਪੇਪਰ ਤੇ ਸੀਮੈਂਟ ਇੰਡਸਟਰੀ, ਫਾਇਰਿੰਗ ਦੀ ਅਗੇਨ ਇੱਥੇ ਜ਼ਰੂਰਤ ਹੈ, ਸਟਬਲ ਨੂੰ ਯੂਜ਼ ਕਰੋ ਫਾਇਰ ਕਰਨ ਲਈ। ਐਂਡ ਫਾਈਨਲੀ ਗਵਰਨਮੈਂਟ ਨੇ ਕਾਫੀ ਸਬਸਿਡੀ ਨਾਲ ਫਾਰਮ ਮਸ਼ੀਨਰੀ ਜਿਹੜੀ ਹੈ ਡਿਫਰੈਂਟ ਟਾਈਪ, ਜਿਵੇਂ ਹੈਪੀ ਸੀਡਰ ਮਸ਼ੀਨ, ਸਮਾਰਟ ਸੀਡਰ, ਇਸ ਤਰੀਕੇ ਦੀ ਫਾਰਮ ਮਸ਼ੀਨਰੀ ਜਿਹੜੀ ਸਟਬਲ ਮੈਨੇਜ ਕਰਨ ਲਈ ਯੂਜ਼ ਆਉਂਦੀ ਹੈ, ਇਹ ਵੀ ਕਿਸਾਨਾਂ ਨੂੰ ਦਿੱਤੀ ਹੈ।
ਰਾਈਟ। ਸੋ ਇਹ ਸਾਰੇ ਸਟੈਪਸ ਪੰਜਾਬ ਗਵਰਨਮੈਂਟ ਨੇ ਟੋਟਲ ਲਿੱਤੇ ਹੈ, ਤੁਸੀਂ ਕਹਿ ਸਕਦੇ ਹੋ ਪ੍ਰੋਸੈਸਿੰਗ ਕਪੈਸਿਟੀ ਆਪਦੀ ਵਧਾ ਰਹੀ ਹੈ ਹੌਲੀ ਹੌਲੀ, ਐਂਡ ਇਹ ਸਾਰੇ ਮੈਨੇਜਮੈਂਟ ਦੇ ਸਟੈਪਸ ਲਿੱਤੇ ਹੈ। ਯੂ ਕੈਨ ਰਾਈਟ ਦਿਸ ਇਨ ਆਂਸਰਸ ਆਲਸੋ। ਠੀਕ ਹੈ, ਇਹਦਾ ਪੋਜ਼ਿਟਿਵ ਇੰਪੈਕਟ ਕਿਆ ਹੋਇਆ ਇਹ ਸਾਰੇ ਸਟੈਪਸ ਦਾ? ਅਕੋਰਡਿੰਗ ਟੂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਇਟ ਇਜ਼ ਸੇਇੰਗ ਕਿ 50% ਡਿਕਰੀਜ਼ ਹੋਇਆ ਹੈ ਫਾਰਮ ਫਾਇਰਸ 'ਚ ਕੰਪੇਅਰ ਟੂ ਪ੍ਰੀਵੀਅਸ ਈਅਰ। ਜਿੰਨੀਆਂ ਆਪਾਂ ਫਾਰਮ ਫਾਇਰਸ ਪਿਛਲੇ ਸਾਲ ਦੇਖਿਆ ਸੀ 50% ਤੋਂ ਘੱਟ ਗਿਆ ਹੈ। Right, automatically that means air quality will increase, right? Pollution ਜਿਹੜੀ ਹੈ that will decrease, right? So ਇਹ ਫਾਇਦੇ ਹੋਏ ਹੈ ਇਹਦੇ। ਹੁਣ ਅੱਗੇ ਚੱਲ ਕੇ ਆਪਾਂ ਹੋਰ ਕੀ ਕਰ ਸਕਦੇ ਹਾਂ ਤਾਂ ਕਿ ਸਟਬਲ ਦੇ ਇਸ਼ੂ ਨੂੰ ਹੋਰ ਮੈਨੇਜ ਕੀਤਾ ਜਾਵੇ। ਤਾਂ ਸਭ ਤੋਂ ਪਹਿਲਾਂ ਸਭ ਤੋਂ ਬੈਸਟ ਸਟਬਲ ਦਾ ਯੂਜ਼ ਹੈ ਕਿ ਕਿਸਾਨ ਆਪਦੀ ਫਾਰਮ ਲੈਂਡ ਦੇ ਵਿੱਚ ਹੀ ਸਟਬਲ ਨੂੰ ਦਬਾ ਦੇ, ਬਿਕੋਜ਼ ਇਟ ਵਿਲ ਐਕਟ ਐਜ਼ ਅ ਮੈਨਿਓਰ ਦੀ ਤਰ੍ਹਾਂ ਐਕਟ ਕਰੇਗੀ, ਸੋਇਲ ਦੀ ਫਰਟੀਲਿਟੀ ਵਧਾਏਗੀ, ਬਾਕੀ ਇੰਡਸਟਰੀਜ਼ ਤੇ ਬਰਡਨ ਵੀ ਨਹੀਂ ਹੋਣਾ, ਸਬਸਿਡੀਜ਼ ਦਾ ਬਰਡਨ ਵੀ ਨਹੀਂ ਹੋਣਾ। ਤਾਂ ਸਭ ਤੋਂ ਬੈਸਟ ਵੇ ਹੈ ਟੂ ਇਨਕੋਰਪੋਰੇਟ ਸਟਬਲ ਇਨ ਦੀ ਸੋਇਲ, ਤੇ ਇਹ ਤੇ ਹੀ ਸਾਨੂੰ ਅੱਗੇ ਚੱਲ ਕੇ ਹੋਰ ਤੇ ਹੋਰ ਫੋਕਸ ਕਰਨਾ ਚਾਹੀਦਾ ਹੈ, ਰਾਈਟ। ਉਸ ਤੋਂ ਬਾਅਦ ਟਰਾਂਸਪੋਰਟੇਸ਼ਨ ਸਿਸਟਮ ਚਾਹੀਦੀ ਹੈ। ਬਹੁਤ ਸਾਰੇ ਫਾਰਮਰਸ ਹੈ ਜਿਹੜੀ ਸਟਬਲ ਪ੍ਰੋਡਿਊਸ ਤਾਂ ਕਰਦੇ ਹੈ, ਇਕੱਠੀ ਵੀ ਕਰਕੇ ਰੱਖਦੇ ਆ, ਬਟ ਉਹਨਾਂ ਨੂੰ ਗਵਰਨਮੈਂਟ ਦੇ ਗੋਡਾਊਨਸ ਤੱਕ ਲੈ ਕੇ ਜਾਣਾ, ਡੀਕੰਪੋਜੀਸ਼ਨ ਸਿਸਟਮ ਤੱਕ ਲੈ ਕੇ ਜਾਣਾ ਇੱਕ ਚੈਲੰਜ ਰਹਿੰਦਾ ਹੈ, ਰਾਈਟ। ਉਸ ਤੋਂ ਬਾਅਦ ਸਭ ਤੋਂ ਵੱਡਾ ਚੈਲੰਜ ਹੈ ਸਮਾਲ ਐਂਡ ਮਾਰਜਨਲ ਫਾਰਮਰਸ। ਇਹਨਾਂ ਫਾਰਮਰਸ ਕੋਲ ਨਾ ਪੈਸਾ ਹੁੰਦਾ ਹੈ, ਨਾ ਮਸ਼ੀਨਰੀ ਹੁੰਦੀ ਹੈ, ਨਾ ਗਵਰਨਮੈਂਟ ਦੀ ਸਬਸਿਡੀਜ਼ ਪਹੁੰਚਦੀਆਂ ਹੈ ਟੂ ਮੈਨੇਜ ਸਟਬਲ, ਤੇ ਇਹ 30 to 40% ਆਪਣੀ ਐਗਰੀਕਲਚਰ ਪੋਪੂਲੇਸ਼ਨ ਬਣਾ ਰਹੇ ਨੇ। ਮਤਲਬ ਇਹਨਾਂ ਕੋਲ ਅਗਰ ਸਹੂਲਤਾਂ ਨਹੀਂ ਪਹੁੰਚ ਰਹੀਆਂ, ਨੀਦਰ ਡੂ ਦੇ ਹੈਵ ਮਸ਼ੀਨਸ, ਨॉट ਦੇ ਡੂ ਦੇ ਹੈਵ ਪਿਕਿੰਗ ਫੈਸਿਲਿਟੀਜ਼, ਕਿ ਗਵਰਨਮੈਂਟ ਜਾਂ ਪ੍ਰਾਈਵੇਟ ਏਜੰਸੀਜ਼ ਇਹਨਾਂ ਕੋਲੋਂ ਆ ਕੇ ਸਟ੍ਰॉ ਫੜ ਕੇ ਲੈ ਕੇ ਜਾਣ, ਇਹਨਾਂ ਨੂੰ ਪੈਸੇ ਦੇਣ, ਰਾਈਟ। ਉਹੀ ਟਰਾਂਸਪੋਰਟੇਸ਼ਨ ਵਗੈਰਾ ਇਹਨਾਂ ਕੋਲ ਕੁਛ ਨਹੀਂ ਹੈ। that means they will be relying on burning or igniting farm fire itself, ਠੀਕ ਹੈ। ਸੋ ਇਹਨਾਂ ਤੇ ਆਪਾਂ ਨੂੰ ਹੁਣ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਵੱਡੇ ਫਾਰਮਰਸ ਤੱਕ ਤਾਂ ਆਪਾਂ ਫਾਰਮ ਫਾਇਰ ਰੋਕਣ ਦੇ ਕਾਬਿਲ ਹੋ ਗਏ ਹੈ, ਬਟ ਸਮਾਲ ਛੋਟੇ ਛੋਟੇ ਫਾਰਮਸ ਜਿਹੜੇ ਹੁੰਦੇ ਆ 2 ਹੈਕਟੇਅਰਸ ਤੋਂ ਘੱਟ ਜਿਹੜੇ ਇਹਨਾਂ ਦੇ ਫਾਰਮਲੈਂਡ ਹੁੰਦੀ ਹੈ, ਇਹਨਾਂ ਦੇ ਉੱਤੇ ਮਸ਼ੀਨਾਂ ਲਾਣੀਆਂ ਵੀ ਔਖੀਆਂ ਹੁੰਦੀਆਂ ਹੈ। ਸੋ ਇਹਨਾਂ ਲਈ ਹੁਣ ਆਪਾਂ ਨੂੰ ਕੋਈ ਸੋਲਿਊਸ਼ਨ ਲੱਭਣਾ ਪੈਣਾ ਹੈ, that is what we can say, ਰਾਈਟ। ਸੋ ਇਹ ਤੁਸੀਂ ਪੂਰਾ ਆਰਟੀਕਲ ਜਿਹੜਾ ਹੈ ਯੂਜ਼ ਕਰ ਸਕਦੇ ਹੋ ਆਪਦੇ ਆਨਸਰਸ ਵਿੱਚ, ਐਸੇ ਵੀ ਆ ਸਕਦਾ ਹੈ। ਸਟਬਲ ਬਰਨਿੰਗ ਤੇ ਬਹੁਤ ਵੱਡਾ ਹੌਟ ਟੌਪਿਕ ਹੈ ਪੰਜਾਬ ਦਾ, ਡਿਟੇਲਡ ਪੂਰੀ ਡਿਸਕਸ਼ਨ 17th ਜਨਵਰੀ ਚ ਕਵਰ ਕੀਤੀ ਗਈ ਹੈ। ਸੋ ਯੂ ਕੈਨ ਚੈੱਕ ਦੇਅਰ that magazine also you can check for details, right? ਨੈਕਸਟ ਹੈਗਾ ਹੈ ਪੰਜਾਬ ਗਵਰਨਮੈਂਟ ਟੂ ਫਾਰਮ ਇੰਡਸਟਰੀਅਲ ਐਡਵਾਈਜ਼ਰੀ ਪੈਨਲ। ਠੀਕ ਹੈ, ਤੁਹਾਨੂੰ ਮੈਂ ਦੱਸਿਆ ਕਿ ਪੰਜਾਬ ਹੈਜ਼ ਬੀਨ ਹਾਈਲੀ ਡਿਪੈਂਡੈਂਟ ਔਨ ਐਗਰੀਕਲਚਰ ਫॉर ਇਟਸ ਇਕਨੋਮਿਕ ਗਰੋਥ, ਤੇ ਹੁਣ ਪੰਜਾਬ ਕਿਆ ਚਾਹ ਰਹੀ ਹੈ ਕਿ ਐਗਰੀਕਲਚਰ ਤੋਂ ਹਟ ਕੇ ਆਪਾਂ ਦੂਸਰੇ ਸੈਕਟਰਸ, ਸਰਵਿਸ ਸੈਕਟਰ, ਇੰਡਸਟਰੀਅਲ ਸੈਕਟਰ 'ਚ ਵੀ ਫੋਕਸ ਕਰੀਏ। ਇਸੇ ਲਈ ਇੰਡਸਟਰੀਅਲ ਪ੍ਰਮੋਸ਼ਨ ਲਈ ਡਿਫਰੈਂਟ ਸਟੈਪਸ ਜਿਹੜੀਆਂ ਹੈ ਪੰਜਾਬ ਗਵਰਨਮੈਂਟ ਲੈਂਦੀ ਰਹਿੰਦੀ ਹੈ। ਇਸੇ ਲਈ ਆਪਾਂ ਦੇਖਿਆ ਕਿ ਫੈਬਰੂਅਰੀ ਦੇ ਵਿੱਚ ਪੰਜਾਬ ਨੇ ਇੰਡਸਟਰੀਅਲ ਪਾਲਿਸੀ ਵੀ ਨਵੀਂ ਲਾਂਚ ਕੀਤੀ ਸੀ ਟੂ ਪੁਸ਼ ਟੂ ਪ੍ਰਮੋਟ ਇੰਡਸਟਰੀਜ਼ ਇਨ ਪੰਜਾਬ। ਇਹਦੀ ਵੀ ਡਿਟੇਲ ਡਿਸਕਸ਼ਨ ਤੁਸੀਂ 4th ਫੈਬਰੂਅਰੀ ਦੀ ਡਿਸਕਸ਼ਨ 'ਚ ਦੇਖ ਸਕਦੇ ਹੋ, ਤੇ ਫੈਬ ਮੈਗਜ਼ੀਨ 'ਚ ਇਹਦੀਆਂ ਡਿਟੇਲਸ ਤੁਹਾਨੂੰ ਮਿਲ ਜਾਣਗੀਆਂ। ਬਹੁਤ ਹੀ ਇੰਪੋਰਟੈਂਟ ਪਾਲਿਸੀ ਹੈ, ਆਪਦੇ ਆਨਸਰਸ 'ਚ ਜ਼ਰੂਰ ਮੈਂਸ਼ਨ ਕਰੋ, ਐਸੇਸ 'ਚ ਵੀ, ਤਾਂ ਇਹਨੂੰ ਧਿਆਨ ਨਾਲ ਪੜ੍ਹਿਓ। ਹੁਣ ਨਵਾਂ ਸਟੈਪ ਪੰਜਾਬ ਗਵਰਨਮੈਂਟ ਕਿਆ ਕਹਿ ਰਹੀ ਹੈ ਕਿ ਅਸੀਂ 26 ਸੈਕਟਰਸ ਨੂੰ ਇੰਪਰੂਵ ਕਰਨ ਲਈ, ਜਿਵੇਂ ਕਿ ਟੈਕਸਟਾਈਲ ਹੋ ਗਿਆ, ਆਟੋ ਕੰਪੋਨੈਂਟਸ ਹੋ ਗਏ, ਐਗਰੀਕਲਚਰ ਪ੍ਰੋਸੈਸਿੰਗ ਸੈਕਟਰ ਹੋ ਗਿਆ, ਬਾਈਸਾਈਕਲ ਇੰਡਸਟਰੀ ਹੋ ਗਈ, ਇਹਨਾਂ ਇੰਡਸਟਰੀਜ਼ ਨੂੰ ਪ੍ਰਮੋਟ ਕਰਨ ਲਈ ਐਡਵਾਈਜ਼ਰੀ ਪੈਨਲ ਜਿਹੜੇ ਹੈ 26 ਐਡਵਾਈਜ਼ਰੀ ਪੈਨਲ ਜਿਹੜੇ ਹੈ ਸੈੱਟ ਕਰਨਾ ਚਾਹੁੰਦੇ ਹੈ, ਰਾਈਟ। ਐਡਵਾਈਜ਼ਰੀ ਪੈਨਲ ਕਿਆ ਕਰਨਗੇ? ਓਬਵੀਅਸਲੀ ਗਵਰਨਮੈਂਟ ਨੂੰ ਐਡਵਾਈਸ ਕਰਨਗੇ ਕਿ ਇਹਨਾਂ ਸੈਕਟਰਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ, ਕਿਵੇਂ ਗਰੋਥ ਦਵਾਈ ਜਾਵੇ, ਕਿਵੇਂ ਪ੍ਰਮੋਟ ਕੀਤਾ ਜਾਵੇ, ਐਂਡ ਦੈਟ ਟੂ ਇਨ ਇਨਵਾਇਰਮੈਂਟ ਫ੍ਰੈਂਡਲੀ ਮੈਨਰ, ਰਾਈਟ। ਸੋ ਇਹ ਐਡਵਾਈਜ਼ਰੀ ਪੈਨਲਸ ਦਾ ਰੋਲ ਕਿਆ ਹੋਏਗਾ ਕਿ ਐਮਐਸਐਮਈਜ਼ ਨੂੰ ਕਿਵੇਂ ਅੱਗੇ ਵਧਾ ਸਕਦੇ ਆ। ਪੰਜਾਬ ਵਿੱਚ ਬਹੁਤ ਛੋਟੀ ਛੋਟੀ ਇੰਡਸਟਰੀਜ਼ ਹੈ, ਤੁਸੀਂ ਟੈਕਸਟਾਈਲ ਸੈਕਟਰ 'ਚ ਕਹਿ ਦਿਓ, ਬ੍ਰਿਕ ਕਿਲਨ ਸੈਕਟਰ 'ਚ, ਫੂਡ ਪ੍ਰੋਸੈਸਿੰਗ, ਐਵਰੀਵੇਅਰ ਵੀ ਹੈਵ ਵੈਰੀ ਸਮਾਲ ਇੰਡਸਟਰੀ। ਸਾਡੇ ਕੋਲ ਵੱਡੀ ਕੋਈ ਇੰਡਸਟਰੀ ਨਹੀਂ ਹੈ, ਤਾਂ ਆਪਾਂ ਇਹਨਾਂ ਦੀ ਗਰੋਥ ਨੂੰ ਅੱਗੇ ਕਿਵੇਂ ਵਧਾਈਏ ਉਹ ਤੇ ਫੋਕਸ ਕਰਨਾ ਹੈ। ਕਿਵੇਂ ਐਂਟਰਪ੍ਰੀਨਿਓਰਸ਼ਿਪ ਵਧਾਈਏ, ਕਿਵੇਂ ਸਾਡੇ ਯੂਥ ਜਿਹੜੇ ਹੈ ਦੇ ਆਰ ਨੋ ਮੋਰ ਇੰਟਾਈਜ਼ਡ ਇਨ ਵਰਕਿੰਗ ਇਨ ਐਗਰੀਕਲਚਰ, ਤਾਂ ਕਿਵੇਂ ਆਪਾਂ ਉਹਨਾਂ ਨੂੰ ਐਗਰੀਕਲਚਰਲ ਸਟਾਰਟਅਪਸ ਵਿੱਚ ਕਨਵਰਟ ਕਰ ਸਕਦੇ ਹਾਂ। ਸਮਥਿੰਗ ਲਾਈਕ ਦੈਟ ਆਈਡੀਆਜ਼ ਸ਼ੁੱਡ ਬੀ ਦੇਅਰ। ਇਹ ਐਡਵਾਈਜ਼ਰੀ ਪੈਨਲ ਦੇਣਗੇ ਕਿਵੇਂ ਸਾਡੇ ਇੰਸਟੀਟਿਊਸ਼ਨਸ ਦੀ, ਸਾਡੀ ਡਿਪਾਰਟਮੈਂਟਸ ਦੀ ਕਪੈਸਿਟੀ ਨੂੰ ਇਨਹਾਂਸ ਕੀਤਾ ਜਾਵੇ ਤਾਂ ਕਿ ਉਹ ਇੰਡਸਟਰੀ ਨੂੰ ਸਪੋਰਟ ਪ੍ਰਮੋਟ ਕਰ ਸਕੇ। ਐਂਡ ਦੈਨ ਸੈਂਟਰ ਤੇ ਸਟੇਟ ਦੀ ਸਕੀਮਸ ਦੇ ਵਿੱਚ ਕੋਆਪਰੇਸ਼ਨ ਕਿਵੇਂ ਬਿਠਾਈ ਜਾਵੇ ਸੋ ਦੈਟ ਇੰਡਸਟਰੀਅਲ ਗਰੋਥ ਕੈਨ ਬੀ ਪ੍ਰਮੋਟਡ ਇਨ ਪੰਜਾਬ, ਰਾਈਟ। ਇਹ 4 ਫੋਕਸ ਏਰੀਆਜ਼ ਨਾਲ
ਇਹ ਐਡਵਾਈਜ਼ਰੀ ਪੈਨਲਸ ਬਿਠਾਏ ਜਾਣਗੇ, ਰਾਈਟ। ਸੋ ਤੁਹਾਨੂੰ ਇੰਡਸਟਰੀਅਲ ਪ੍ਰਮੋਸ਼ਨ ਤੇ ਕੁਐਸਚਨ ਆ ਸਕਦਾ ਹੈ, ਉੱਤੇ ਤੁਸੀਂ ਇੰਡਸਟਰੀਅਲ ਪਾਲਿਸੀ ਵੀ ਯੂਜ਼ ਕਰ ਸਕਦੇ ਹੋ, ਇਹ ਫਰਸਟ ਸਟੈਪ ਹੈ। ਐਂਡ ਥੀਸ 26 ਐਡਵਾਈਜ਼ਰੀ ਪੈਨਲਸ ਇਹ ਵੀ ਤੁਸੀਂ ਉੱਥੇ ਮੈਂਸ਼ਨ ਕਰ ਸਕਦੇ ਹੋ ਗਵਰਨਮੈਂਟ ਦੇ ਸਟੈਪਸ ਦੇ ਅੰਡਰ, ਰਾਈਟ। ਨੈਕਸਟ ਟੌਪਿਕ, ਚੈਲੰਜਸ ਵਿਦਿਨ ਪ੍ਰਿਜ਼ਨ। ਤੁਹਾਨੂੰ ਪਤਾ ਹੀ ਹੋਏਗਾ, ਮੇਬੀ ਯੂ ਮਾਈਟ ਹੈਵ watched lot of series like Patal Lok, Criminal Justice, Crime, Delhi Crime and all. They show ਕਿ prisons ਦੀ condition ਜਿਹੜੀ ਹੈ ਬਹੁਤ ਖਰਾਬ ਹੈ। ਆਪਾਂ ਪਹਿਲਾਂ ਵੀ ਡਿਟੇਲਡ ਪ੍ਰਿਜ਼ਨਸ ਦੀ ਡਿਸਕਸ਼ਨ ਫੈਬ ਵਿੱਚ ਕਰ ਚੁੱਕੇ ਹਾਂ, ਯੂ ਕੈਨ ਸੀ ਫੈਬ ਮੈਗਜ਼ੀਨ ਇਫ ਯੂ ਵਾਂਟ ਟੂ ਗੈਟ ਦ ਡਿਟੇਲਸ ਔਨ ਦਿਸ, ਰਾਈਟ। ਫੈਬ ਮੈਗਜ਼ੀਨਸ ਦੇ ਉੱਤੇ ਪਹਿਲਾਂ ਵੀ ਪੰਜਾਬ ਪ੍ਰਿਜ਼ਨਸ ਦੀ ਇਸ਼ੂਜ਼ ਆਪਾਂ ਡਿਸਕਸ ਕਰ ਚੁੱਕੇ ਹਾਂ, GS2 ਚ ਤੇ ਕੁਐਸਚਨ ਆ ਸਕਦਾ ਹੈ। ਬਟ ਹੁਣ ਲੇਟੈਸਟ ਜਿਹੜੀ ਹੈ, ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਨੇ ਮੀਟਿੰਗ ਬਿਠਾਈ ਸੀ, ਜਿਹਦੇ ਵਿੱਚ ਡਿਫਰੈਂਟ ਸਟੇਕ ਹੋਲਡਰਸ ਨੂੰ, ਜੱਜਸ ਨੂੰ, ਪੁਲਿਸ ਆਫਿਸਰਸ ਨੂੰ ਜਾਂ ਹਿਊਮਨ ਰਾਈਟਸ ਐਕਟਿਵਿਸਟ ਨੂੰ ਬੁਲਾਇਆ ਗਿਆ ਐਂਡ ਡਿਸਕਸ਼ਨ ਕੀਤੀ ਗਈ ਕਿ ਕੀ ਪ੍ਰਿਜ਼ਨ ਸਿਸਟਮ ਦੇ ਇਸ਼ੂਜ਼ ਹੈ ਪੰਜਾਬ ਵਿੱਚ, ਚੰਡੀਗੜ੍ਹ ਵਿੱਚ, ਤੇ ਅੱਗੇ ਚੱਲ ਕੇ ਕੀ ਕਰਨਾ ਚਾਹੀਦਾ ਹੈ, ਰਾਈਟ। ਸੋ ਹੁਣ ਇਸ ਮੀਟਿੰਗ ਦੇ ਵਿੱਚ ਕਿਆ ਉੱਭਰ ਕੇ ਆਇਆ, ਕਿਆ ਕਨਕਲੂਜਨਸ ਆਈਆਂ, ਦੈਟ ਵੀ ਵਿਲ ਸੀ। ਫਰਸਟਲੀ ਤਾਂ ਇਹ ਮੈਗਜ਼ੀਨ ਕਹਿੰਦੀ ਹੈ, ਇਹ ਮੀਟਿੰਗ ਨੇ ਕਿਹਾ ਦੈਟ ਸਾਰੀ ਪ੍ਰਿਜ਼ਨਸ ਵਿੱਚ, ਪੰਜਾਬ ਦੀ ਸਾਰੀ ਪ੍ਰਿਜ਼ਨਸ ਵਿੱਚ NHRCs ਦੀਆਂ ਜੋ ਵੀ ਗਾਈਡਲਾਈਨਸ ਹੈ ਪ੍ਰਿਜ਼ਨ ਨੂੰ ਲੈ ਕੇ, ਉਹ ਫੋਲੋ ਹੋਣੀਆਂ ਚਾਹੀਦੀਆਂ ਹੈ, ਕਿਉਂਕਿ ਪ੍ਰਿਜ਼ਨਰਸ ਦਾ ਵੀ ਦੇਖੋ ਫੰਡਾਮੈਂਟਲ ਰਾਈਟ ਹੈ ਟੂ ਹੈਲਥ, ਟੂ ਲਾਈਫ, ਉਹ ਸਭ ਕੋਲ ਰਹਿੰਦਾ, ਈਵਨ ਵਿਦ ਦ ਪ੍ਰਿਜ਼ਨਰ ਇਟ ਇਜ਼ ਪ੍ਰੈਜ਼ੈਂਟ। ਸੋ ਇਹ ਇਨਸ਼ੋਰ ਕਰਨਾ ਕਿ ਉਹਨਾਂ ਦੇ ਫੰਡਾਮੈਂਟਲ ਰਾਈਟਸ ਵਾਇਲੇਟ ਨਾ ਹੋਵੇ, ਇਸੇ ਲਈ ਹਿਊਮਨ ਰਾਈਟਸ ਕਮਿਸ਼ਨ ਦੀ ਗਾਈਡਲਾਈਨਸ ਨੂੰ ਆਪਾਂ ਫੋਲੋ ਕਰੀਏ ਪ੍ਰਿਜ਼ਨਰਸ ਦੇ ਰਿਗਾਰਡਿੰਗ, ਰਾਈਟ। ਸੈਕਿੰਡ, ਹੈਲਥ ਸਰਵਿਸਿਜ਼ ਅੱਛੀਆਂ ਦਿੱਤੀਆਂ ਜਾਣ ਪ੍ਰਿਜ਼ਨਰਸ ਨੂੰ। ਬਹੁਤ ਸਾਰੇ ਪ੍ਰਿਜ਼ਨਰਸ ਏਡਜ਼, ਟਿਊਬਰਕਲੋਸਿਸ ਜਾਂ ਇਹਨਾਂ ਬਿਮਾਰੀਆਂ ਕਰਕੇ ਮਰ ਰਹੇ ਨੇ, ਸੋ ਇਹ ਬਿਲਕੁਲ ਵੀ ਸਹੀ ਗੱਲ ਨਹੀਂ ਹੈ। ਉਹਨਾਂ ਨੂੰ ਆਪਾਂ ਰਿਫੋਰਮੇਸ਼ਨ ਦੇ ਪਰਪਸ ਤੋਂ ਪ੍ਰਿਜ਼ਨ 'ਚ ਰੱਖਿਆ, ਮਾਰਨ ਲਈ ਨਹੀਂ। ਸੋ ਇਸੇ ਲਈ ਹੈਲਥ ਸਰਵਿਸਿਜ਼ ਉਹਨਾਂ ਨੂੰ ਪ੍ਰੋਪਰ ਜਿਹੜੀਆਂ ਹੈ ਮਿਲਣੀਆਂ ਚਾਹੀਦੀਆਂ ਹੈ, ਰਾਈਟ। ਨਾਓ ਨੈਕਸਟ ਜਿਹੜਾ ਪੁਆਇੰਟ ਕਿਹਾ ਗਿਆ ਹੈ ਕਿ ਬਹੁਤ ਸਾਰੀ ਸੁਸਾਈਡਸ ਹੋ ਰਿਹਾ ਹੈ, ਕਸਟੋਡੀਅਲ ਡੈਥਸ ਵੀ ਹੋ ਰਹੀਆਂ ਹੈ, ਤਾਂ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਦੇ ਵਿੱਚ ਟਰਾਂਸਪੇਰੈਂਸੀ ਰਵੇ, ਕਿ ਪੁਲਿਸ ਉਹਨਾਂ ਨੂੰ ਦਬਾਅ 'ਚ ਉਹ ਮਰ ਰਹੇ ਨੇ, ਪੁਲਿਸ ਦੀ ਮਿਸਹੈਂਡਲਿੰਗ ਕਰਕੇ ਮਰ ਰਹੇ ਨੇ, ਤਾਂ ਇਸੇ ਲਈ ਪ੍ਰਿਜ਼ਨਸ 'ਚ ਟਰਾਂਸਪੇਰੈਂਸੀ ਰਹਿਣੀ ਚਾਹੀਦੀ ਹੈ। ਜਿਵੇਂ ਕਿ ਕੈਮਰਾਜ਼ ਸੁਜੈਸਟ ਕੀਤੇ ਜਾਂਦੇ ਹੈ ਕਿ ਪ੍ਰਿਜ਼ਨਸ 'ਚ ਲਗਾਏ ਜਾਣ, ਤਾਂ ਕਿ ਇਹ ਨਾ ਹੋਵੇ ਕਿ ਪੁਲਿਸ ਮਾਰ ਕੇ ਉਹਨਾਂ ਨੂੰ ਮਾਰ ਰਹੀ ਹੈ ਕਾਈਂਡ ਆਫ। ਸੋ ਦਿਸ ਸਟੈਪ ਕੈਨ ਬੀ ਟੇਕਨ, ਕਿਉਂਕਿ ਪੰਜਾਬ ਵਿੱਚ ਡੀ ਐਡਿਕਸ਼ਨ ਦੀ ਜਾਂ ਐਡਿਕਸ਼ਨ ਦੀ ਬਹੁਤ ਇਸ਼ੂ ਹੈ, ਤਾਂ ਇਸੇ ਲਈ ਡਰੱਗ ਡੀ ਐਡਿਕਸ਼ਨ ਸੈਂਟਰਸ ਵੀ ਪ੍ਰਿਜ਼ਨਸ ਵਿੱਚ ਲਾਏ ਜਾਣ, ਕਿਉਂਕਿ ਬਹੁਤ ਸਾਰੇ ਪ੍ਰਿਜ਼ਨਰਸ ਡਰੱਗ ਨਾਲ ਰਿਲੇਟਡ ਕੇਸਿਸ ਦੇ ਵਿੱਚ ਇਨਵੋਲਵ ਹੁੰਦੇ ਨੇ, ਰਾਈਟ। ਸੋ ਇਹ ਸਟੈਪਸ ਲੈ ਸਕਦੇ ਹੈ, ਯੂ ਕੈਨ ਰਾਈਟ ਇਟ। ਪ੍ਰਿਜ਼ਨ ਰਿਫਾਰਮਸ ਵਿੱਚ ਆ ਸਕਦਾ ਹੈ, ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਤੇ ਕੋਈ ਕੁਐਸਚਨ ਆਵੇ, ਦੈਨ ਆਲਸੋ ਯੂ ਕੈਨ ਰਾਈਟ ਕਿ ਇਸ ਤਰੀਕੇ ਦੀ ਮੀਟਿੰਗਸ ਕੰਡਕਟ ਕਰ ਰਹੀ ਹੈ, ਦਿਸ ਕੈਨ ਐਕਟ ਐਜ਼ ਅ ਕੇਸ ਸਟੱਡੀ ਫॉर ਯੂ, ਰਾਈਟ। ਬਹੁਤ ਹੀ ਅੱਛੀ ਨਿਊਜ਼ ਆਈਟਮ ਹੈ, ਕੀਪ ਇਟ ਰਿਟਨ ਵਿਦ ਯੂ, ਇਟ ਵਿਲ ਹੈਲਪ ਯੂ ਇਨ ਐਗਜ਼ਾਮੀਨੇਸ਼ਨ, ਰਾਈਟ। ਨਾਓ ਨੈਕਸਟ ਹੈਗਾ ਹੈ 78% ਗਰਾਊਂਡ ਵਾਟਰ ਇਨਫਿਟ ਫॉर ਹਿਊਮਨ ਕੰਜ਼ੰਪਸ਼ਨ ਇਨ ਬਠਿੰਡਾ। ਸੋ ਦੇਖੋ ਰਿਸਰਚ ਜਿਹੜੀ ਹੈ ਚੱਲਦੀ ਰਹਿੰਦੀ ਹੈ, ਦਿਸ ਇਜ਼ ਅਗੇਨ ਅ ਰਿਸਰਚ ਵਰਕ ਦੈਟ ਹੈਜ਼ ਬੀਨ ਡਨ ਬਾਏ ਸਮ ਸਟੂਡੈਂਟਸ ਆਫ ਅ ਪਰਟੀਕੂਲਰ ਕਾਲਜ, ਤੇ ਇਹਨਾਂ ਨੇ ਫਾਈਂਡ ਆਊਟ ਕੀਤਾ ਹੈ ਕਿ ਬਠਿੰਡਾ ਦੀ ਸਿਟੀ ਦਾ ਅਗਰ ਤੁਸੀਂ ਗਰਾਊਂਡ ਵਾਟਰ ਦੇਖੋ ਤਾਂ ਉਹ ਕਾਫੀ ਅਨਫਿਟ ਹੈ। 78% ਆਫ ਦੈਟ ਗਰਾਊਂਡ ਵਾਟਰ ਇਜ਼ ਅਨਫਿਟ ਫॉर ਹਿਊਮਨ ਕੰਜ਼ੰਪਸ਼ਨ। ਉਸ 'ਚ ਫਲੋਰਾਈਡ ਵਗੈਰਾ ਕਾਫੀ ਪਾਇਆ ਗਿਆ ਹੈ। RO ਯੂਜ਼ ਕਰਦੇ ਹੈ ਤਾਂ ਥੋੜਾ ਬਹੁਤ ਘਟ ਜਾਂਦਾ ਹੈ ਇੰਪੈਕਟ, ਬਟ ਸਟਿਲ WHO ਦੀ ਗਾਈਡਲਾਈਨਸ ਤੋਂ ਉੱਪਰ ਹੀ ਰਹਿੰਦਾ ਹੈ, right? So you can just use this observation in your answers अगर water pollution वगैरह ते कोई question आवे, right? As an example you can write about Bathinda, right? नेक्स्ट हैगा हाई स्पीड नेट फॉर 19K पंजाब स्कूल। सो पंजाब गवर्नमेंट देखो एजुकेशन ਤੇ ਬਹੁਤ ਫੋਕਸ ਕਰ ਰਹੀ ਹੈ। ਪੰਜਾਬ ਦੀ ਇੱਕ ਫਲੈਗਸ਼ਿਪ ਸਕੀਮ ਹੈ ਐਜੂਕੇਸ਼ਨ ਸੈਕਟਰ 'ਚ। ਯੂ ਵਿਲ ਟੈਲ ਮੀ ਅਬਾਊਟ ਦਿਸ, ਦ ਨੇਮ ਆਫ ਦੈਟ ਸਕੀਮ ਇਨ ਦੀ ਕਮੈਂਟ ਸੈਕਸ਼ਨ, ਜਿਹੜੀ ਆਪਾਂ ਹਰ ਵਾਰ ਰਿਪੀਟਡਲੀ ਡਿਸਕਸ ਕਰਦੇ ਹਾਂ। ਹੁਣ ਇੱਕ ਨਵਾਂ ਮੈਜਰ ਪੰਜਾਬ ਗਵਰਨਮੈਂਟ ਲੈਣਾ ਚਾਹ ਰਹੀ ਹੈ, ਸਕੂਲਸ ਦੇ ਵਿੱਚ ਹਾਈ ਸਪੀਡ ਇੰਟਰਨੈਟ ਹੋਵੇ, ਇਹਦੇ ਲਈ ਇਨੀਸ਼ੀਏਟਿਵ ਲਿੱਤਾ ਗਿਆ ਹੈ। ਐਜੂਕੇਸ਼ਨ ਡਿਪਾਰਟਮੈਂਟ ਤੇ BSNL ਜਿਹੜੀ ਕੰਪਨੀ ਆ ਉਹਨਾਂ ਦੇ ਵਿੱਚ MOU ਸਾਈਨ ਕੀਤਾ ਗਿਆ ਹੈ। ਦਿਸ BSNL ਕੰਪਨੀ ਵਾਟ ਇਟ ਵਿਲ ਡੂ, ਇਟ ਵਿਲ ਮੇਕ ਸ਼ੋਰ ਕਿ ਪੰਜਾਬ ਦੇ ਆਲਮੋਸਟ 19,000 ਸਕੂਲਸ ਦੇ ਵਿੱਚ ਹਾਈ ਸਪੀਡ ਇੰਟਰਨੈਟ ਜਿਹੜੀ ਫੈਸਿਲਿਟੀ ਹੈ ਉਹ ਮੌਜੂਦ ਹੋਵੇ। ਇਹਦੇ ਲਈ ਹਾਈ ਸਪੀਡ ਫਾਈਬਰ ਕੇਬਲਸ ਲਗਾਉਣਾ, ਡਿਸ਼ ਉਸ ਤਰੀਕੇ ਨਾਲ ਲਗਾਉਣਾ, ਆਲ ਆਫ ਦੈਟ ਵਿਲ ਬੀ ਡਨ ਬਾय BSNL, ਰਾਈਟ। ਸੋ ਮਤਲਬ ਪੰਜਾਬ ਗਵਰਨਮੈਂਟ ਜਿਹੜੀ ਆ ਹਾਈ ਸਪੀਡ ਇੰਟਰਨੈਟ ਤੇ ਫੋਕਸ ਕਰ ਰਹੀ ਹੈ। ਦਿਸ ਇਜ਼ ਅਨਦਰ ਸਕੀਮ ਟੂ ਪ੍ਰਮੋਟ ਐਜੂਕੇਸ਼ਨਲ ਇੰਟਰਸਟ ਇਨ ਪੰਜਾਬ ਗਵਰਨਮੈਂਟ ਸਕੂਲਸ,
ठीक है। तो फर्स्ट अपनी फ्लैगशिप स्कीम ਨੂੰ ਯਾਦ ਰੱਖਣਾ ਹੈ, ਐਜੂਕੇਸ਼ਨ ਤੇ ਕੋਈ ਵੀ ਕੁਐਸਚਨ ਐਸੇ ਆਵੇ ਯੂਜ਼ ਕਰ ਸਕਦੇ हैं। ਸੈਕੰਡ ਤੁਸੀਂ ਇਹਨੂੰ ਵੀ ਐਡ ਕਰ ਸਕਦੇ ਹੋ, ਰਾਈਟ। ਬਹੁਤ ਅਦਰ ਇਨੀਸ਼ੀਏਟਿਵਸ ਵੀ ਆਪਾਂ ਡਿਸਕਸ ਕੀਤੇ ਹੈ, ਪ੍ਰਿੰਸੀਪਲਸ ਵਗੈਰਾ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਣਾ, ਟੀਚਰਸ ਨੂੰ ਟ੍ਰੇਨਿੰਗ ਲਈ ਭੇਜਣਾ, all of those initiatives you can write in education sector। but ਜਿਹੜੀ ਆ ਫਲੈਗਸ਼ਿਪ ਸਕੀਮ ਹੈ ਇਹ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ। mention the name of this scheme in the comment box, right। नेक्स्ट है कैबिनेट ऑकर्स कोऑपरेशन विद जापान ऑन ਸੈਮੀਕੰਡਕਟਰਸ। ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਾਇਲੇਟਰਲ ਰਿਲੇਸ਼ਨਸ ਦੇ ਪਰਸਪੈਕਟਿਵ ਤੋਂ ਵੀ, ਸਟ੍ਰੈਟੇਜਿਕ ਪਰਸਪੈਕਟਿਵ ਤੋਂ ਵੀ। ਫਰਸਟਲੀ ਇਹ ਸਿਗਨੀਫਾਈ ਕਰ ਰਿਹਾ ਹੈ ਕਿ ਇੰਡੀਆ ਤੇ ਜਾਪਾਨ ਦੇ ਟਾਈਜ਼ ਜਿਹੜੇ ਆ ਹੋਰ ਡੀਪਨ ਹੁੰਦੇ ਜਾਣਗੇ। ਸੈਕੰਡਲੀ ਸੈਮੀਕੰਡਕਟਰਸ ਜਿਹੜੇ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਲੈਕਟ੍ਰੋਨਿਕਸ ਇੰਡਸਟਰੀ ਲਈ। ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਸਭ ਇਲੈਕਟ੍ਰੋਨਿਕਸ ਤੇ ਚੱਲਦਾ ਹੈ, ਇਲੈਕਟ੍ਰੀਕਲ ਡਿਵਾਈਸਿਸ, ਮੋਬਾਈਲਸ, ਟੀਵੀਜ਼, internet of things, machines talking with each other, everything is working on electronics। ਤੇ electronics ਦੀ ਜਿਹੜੀ chips ਹੈ ਉਹ ਬਹੁਤ important ਹੁੰਦੀਆਂ ਹੈ and these chips are made with semiconductors। ਠੀਕ ਹੈ। ਸੋ semiconductors ਆਉਣ ਵਾਲੀ ਸੈਂਚੁਰੀ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਇੱਕ ਰਿਸੋਰਸ ਬਣ ਕੇ ਰਹੇਗਾ। ਜਿਵੇਂ ਆਪਣੇ ਲਈ ਆਇਲ ਬਹੁਤ ਇੰਪੋਰਟੈਂਟ ਰਹਾ ਹੈ, semiconductors ਵੀ ਬਹੁਤ ਇੰਪੋਰਟੈਂਟ ਰਹਿਣਗੇ, ਰਾਈਟ। ਹੁਣ ਜਾਪਾਨ ਜਿਹੜਾ ਹੈ ਉਹ ਸੈਮੀਕੰਡਕਟਰਸ ਦਾ ਲੀਡਰ ਹੈ, ਸੈਮੀਕੰਡਕਟਰ ਇੰਡਸਟਰੀ ਦਾ, ਸਿਲੀਕਨ ਵੇਫਰਸ ਬਣਾਉਣ ਦਾ ਇਹ ਲੀਡਰ ਹੈ। and now India wants to collaborate with Japan on this sector। ठीक है। अगर ਤੁਸੀਂ presently ਦੇਖੋ ਚਾਈਨਾ, ਤਾਈਵਾਨ ਇਹ ਵਾਲੇ ਏਰੀਆਜ਼ ਹੈ ਜਿਹੜੇ ਮੇਜਰ ਪ੍ਰੋਡਿਊਸਰਸ ਹੈ ਸੈਮੀਕੰਡਕਟਰਸ ਦੇ। तो ਇਸੇ ਵਰਲਡ ਜਿਹੜਾ ਹੈ ਬਹੁਤ ਹਾਈਲੀ ਡਿਪੈਂਡੈਂਟ ਹੈ ਇਸ ਕੰਟਰੀਜ਼ ਤੇ। तो now to shift dependence on these countries, this MOU is being focused। इंडिया देखो मैन्युफैक्चरिंग हब है, इंडिया मैन्युफैक्चर बहुत कर सकता है बट विद इन कोऑपरेशन। सो इंडिया ने जापान ਦੇ ਨਾਲ ਹੱਥ ਮਿਲਾਇਆ ਹੈ ਤਾਂ ਕਿ ਸੈਮੀਕੰਡਕਟਰ ਪ੍ਰੋਡਕਸ਼ਨ ਨੂੰ ਹੋਰ ਵਧਾਇਆ ਜਾ ਸਕੇ, ਸੈਮੀਕੰਡਕਟਰ ਦੀ ਸਪਲਾਈ ਚੇਨ ਨੂੰ ਰੈਜ਼ਿਲੀਅੰਸ ਪ੍ਰੋਵਾਈਡ ਕਰ ਸਕੀਏ ਤਾਂ ਕਿ ਆਪਾਂ ਚਾਈਨਾ ਦੇ ਉੱਤੇ ਨਾ ਡਿਪੈਂਡੈਂਟ ਰਹੀਏ। ਰਾਦਰ ਵੀ ਹੈਵ ਆਲਟਰਨੇਟਿਵਸ ਟੂ ਡਿਪੈਂਡ ਅਗਰ ਚਾਈਨਾ ਕਦੀ ਪ੍ਰੋਵਾਈਡ ਨਹੀਂ ਕਰ ਪਾਉਂਦਾ। ਜਿਵੇਂ ਕੋਵਿਡ ਵੇਲੇ ਦੇਖੋ ਚਾਈਨਾ ਤੇ ਇੰਨੀ ਡਿਪੈਂਡੈਂਸੀ ਸੀ, ਲੋਕਡਾਊਨ ਚਾਈਨਾ 'ਚ ਲੱਗਿਆ, ਸਾਰੇ ਵਰਲਡ ਨੂੰ ਇੰਪੈਕਟ ਹੋਇਆ। ਸਪਲਾਈ ਚੇਨ ਰੈਜ਼ਿਲੀਅੰਸ ਚਾਹੀਦੀ ਹੈ ਕਿ ਓਨਲੀ ਚਾਈਨਾ ਤੇ ਡਿਪੈਂਡੈਂਸੀ ਨਾ ਹੋਵੇ, ਵੀ ਹੈਵ ਆਲਟਰਨੇਟਿਵਸ, right। This will also result in lot of research, development and manufacturing in semiconductor industry that we require to promote this industry। ਉਸ ਤੋਂ ਬਾਅਦ employment generation ਵੀ ਹੋਏਗੀ। ਇਸ ਲਈ ਇਹ ਬਹੁਤ ਹੀ important matter ਹੈ, ਇਹਨੂੰ ਲਿਖ ਕੇ ਰੱਖੋ। you can use it in semiconductor answers also, India Japan answers also, right। read it properly and keep it written with you, ਰਾਈਟ। ਨਾਓ ਹੁਣ ਕਲਾਈਮੇਟ ਚੇਂਜ ਦਾ ਇੰਪੈਕਟ ਪੂਰੀ ਦੁਨੀਆ ਵਿੱਚ ਦੇਖਿਆ ਜਾ ਰਿਹਾ ਹੈ। ਇੱਕ ਡਾਟਾ ਹੈ ਜਿਹੜਾ ਤੁਸੀਂ ਹਮੇਸ਼ਾ ਯਾਦ ਰੱਖਣਾ ਹੈ। UN ਦੀ ਲੇਟੈਸਟ ਸਟੱਡੀ ਆਈ ਹੈ, ਅਕੋਰਡਿੰਗ ਟੂ ਇਟ ਦ ਸਟੱਡੀ ਸੇਜ਼ ਕਿ ਇੰਡੀਆ ਦੀ 36% ਤੋਂ ਜ਼ਿਆਦਾ ਲੈਂਡ ਜਿਹੜੀ ਹੈ ਡਰੌਟ ਤੋਂ ਇਫੈਕਟਡ ਰਹੀ ਸੀ ਬਿਟਵੀਨ 2016 to 2019, ਰਾਈਟ। ਜਿਹੜੀ 36% ਤੋਂ ਜ਼ਿਆਦਾ ਇੰਡੀਆ ਦੀ ਲੈਂਡ ਜਿਹੜੀ ਹੈ it has been pressurized by difficult situations like drought, right। so this shows ਕਿ ਇੰਨੀ ਏਰੀਆ ਵਿੱਚ ਆਪਾਂ ਨੂੰ ਵਾਟਰ ਸਟ੍ਰੈਸ ਦੇਖਣਾ ਪਿਆ। that means ਇੱਥੇ ਜਿਹੜੀ population ਰਹਿ ਰਹੀ ਸੀ ਉਹ ਵੀ impacted ਸੀ, right। ਕ੍ਰੌਪਿੰਗ ਜਿਹੜੀ ਸੀ, ਐਗਰੀਕਲਚਰ ਉਹ ਵੀ ਇੰਪੈਕਟਡ ਸੀ, ਪੋਪੂਲੇਸ਼ਨ ਇੰਪੈਕਟਡ ਸੀ, ਅਗਰ ਇੰਡਸਟਰੀ ਹੋਏਗੀ ਉਹ ਵੀ ਸਫਰ ਕਰ ਰਹੀ ਹੋਏਗੀ, ਰਾਈਟ। ਸੋ ਇਹ ਸਟੱਡੀ ਆਪਾਂ ਨੂੰ ਇਹ ਦੱਸਣਾ ਚਾਹ ਰਹੀ ਹੈ ਕਿ ਡਿਜ਼ਰਟੀਫਿਕੇਸ਼ਨ ਜਾਂ ਡਰੌਟਸ ਦੀ ਕੰਡੀਸ਼ਨ ਬਹੁਤ ਜ਼ਿਆਦਾ ਵੱਧ ਰਹੀ ਹੈ। ਹੌਲੀ ਹੌਲੀ ਕਰਕੇ ਲੈਂਡ ਏਰੀਆ ਅੰਡਰ ਡਰੌਟ ਸਿਚੁਏਸ਼ਨ ਇਜ਼ ਇਨਕਰੀਜ਼ਿੰਗ। ਅਗਰ ਆਪਾਂ ਇਮੀਡੀਏਟ ਮੈਜਰਸ ਨਹੀਂ ਲੈਂਦੇ ਹਾਂ ਤਾਂ ਆਪਣੇ ਲੋਕਾਂ ਨੂੰ, ਆਪਣੀ ਐਗਰੀਕਲਚਰ ਨੂੰ, ਆਪਣੀ ਇੰਡਸਟਰੀ ਨੂੰ, ਸਭ ਕਿਸੇ ਨੂੰ ਇਹ ਇੰਪੈਕਟ ਕਰਨ ਵਾਲੀ ਹੈ, ਰਾਈਟ। ਸੋ ਇਹ UNCCD ਬਹੁਤ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ, ਇਹਦੇ ਬਾਰੇ ਵੀ ਡਿਟੇਲ ਵਿੱਚ ਪੜ੍ਹ ਕੇ ਰੱਖੋ ਤੁਸੀਂ, ਇਨਵਾਇਰਨਮੈਂਟ ਦੇ ਸੈਕਸ਼ਨ ਵਿੱਚ ਆਰਗੇਨਾਈਜੇਸ਼ਨਸ ਵਿੱਚ ਕਵਰ ਕਰਨਾ ਹੈ। ਸੋ ਇਹਨੇ ਇਹੀ ਦੱਸਿਆ ਹੈ ਕਿ ਇਹ ਕਾਫੀ ਜ਼ਿਆਦਾ ਇੰਪੈਕਟ ਹੋ ਰਿਹਾ ਹੈ ਬਿਕੋਜ਼ ਆਫ ਦੀ ਚੇਂਜਿੰਗ ਕਲਾਈਮੇਟ, ਵਰਸਨਿੰਗ ਡਰੌਟ ਕੰਡੀਸ਼ਨਸ, ਰਾਈਟ। ਸੋ ਇਹਦੇ ਕਰਕੇ ਦੇਖੋ ਪੋਪੂਲੇਸ਼ਨ ਤੇ ਵੀ ਇੰਪੈਕਟ ਹੋ ਰਿਹਾ ਹੈ। 4.7% ਆਫ ਦੀ ਪੋਪੂਲੇਸ਼ਨ ਇਜ਼ ਆਲਮੋਸਟ exposed। ਸਾਡੀ ਮਾਰਕੀਟ, ਸਾਡੀ ਇੰਡਸਟਰੀ, ਸਾਡੀ ਕਮਿਊਨਿਟੀਜ਼ ਸਭ ਇਹਦੇ ਕਰਕੇ ਸਫਰ ਕਰ ਰਿਹਾ ਹੈ ਬਿਕੋਜ਼ ਆਫ ਦੀ ਇਨਕਰੀਜ਼ਿੰਗ ਡਿਜ਼ਰਟੀਫਿਕੇਸ਼ਨ, drought conditions, right। नेक्स्ट, इंडियन इकोनॉमी टू बी थर्ड लार्जेस्ट बाय 2030। देखो ये बहुत इंपॉर्टेंट डाटा है। अगर प्रेजेंटली देखो इंडिया 5th नंबर पे, 5th रैंक पे है। फर्स्ट इज यूएस विद 25 दे अराउंड ट्रिलियन डॉलर दी इकोनॉमी है। सेकंड इज चाइना, right। Second you can see is China with 18 trillion dollar।
which ਇਹਦੇ ਆਂਦਾ ਹੈ Germany and Japan, right? Germany and Japan are at third and fourth position, right? But 2030 आंदे according to this prediction, India will grow and become the third largest economy, and China will become the largest, yeah, first largest economy with $43 trillion as its economy size, and US second place ਤੇ shift ਹੋ ਜਾਏਗਾ। ਦੋਨਾਂ ਦੇ ਵਿੱਚ gap ਦੇਖੋ ਕਿੰਨਾ ਜ਼ਿਆਦਾ huge ਹੋਏਗਾ। current gap is normal, but then the gap will be huge। ਬਹੁਤ ਹੀ ਵੱਡੀ ਇਹ ਇਸ਼ੂ ਹੈ। ਇਹ ਡਾਟਾ, ਇਹ ਟੇਬਲ ਜਿਹੜਾ ਹੈ ਬਹੁਤ ਅੱਛੇ ਨਾਲ ਲਿਖ ਕੇ ਰੱਖੋ, ਇਹ ਤੁਹਾਨੂੰ ਵੇਰੀਅਸ ਕੁਐਸਚਨਸ ਵਿੱਚ ਹੈਲਪ ਕਰੇਗਾ। ਇਕੋਨਮੀ ਦੇ, ਇੰਟਰਨੈਸ਼ਨਲ ਰਿਲੇਸ਼ਨਸ ਦੇ ਆਂਸਰਸ ਵਿੱਚ ਇਹਨਾਂ ਨੂੰ ਯੂਜ਼ ਕਰ ਸਕਦੇ ਹੋ। ਇਹ ਆਬਜ਼ਰਵੇਸ਼ਨ ਨੂੰ ਲਿਖ ਕੇ ਰੱਖੋ, ਰਾਈਟ। ਅੱਗੇ ਚੱਲ ਕੇ ਕਰਦੇ ਆ ਪ੍ਰੀਲਿਮਸ ਲਈ ਕੁਝ ਇੰਪੋਰਟੈਂਟ ਟੌਪਿਕਸ ਹੈ, ਉਹਨਾਂ ਨੂੰ ਥੋੜਾ ਜਿਹਾ ਦੇਖ ਲੈਂਦੇ ਆ। ਟਾਲੈਸਟ ਨੈਸ਼ਨਲ ਫਲੈਗ ਇੰਸਟਾਲਡ ਔਨ ਇਟਾਰੀ ਵਾਗਾ ਬਾਰਡਰ, ਤੁਹਾਨੂੰ ਪਤਾ ਹੀ ਹੈ ਵਾਗਾ ਬਾਰਡਰ ਤੇ ਰੈਗੂਲਰ ਮਾਰਚਿਸ ਵਗੈਰਾ ਹੁੰਦੀ ਰਹਿੰਦੀ ਹੈ। ਕੰਪੀਟੀਸ਼ਨ ਡਾਇਰੈਕਟ ਪਾਕਿਸਤਾਨ ਆਰਮੀ ਨਾਲ ਇੰਡੀਆ ਦਾ ਰਹਿੰਦਾ ਹੈ। ਸੋ ਇਹ ਫਲੈਗ, ਸਾਰਿਆਂ ਨਾਲੋਂ ਉੱਚਾ ਫਲੈਗ ਕਿਹਦਾ ਹੋਊਗਾ, ਇਹਦਾ ਵੀ ਕੰਪੀਟੀਸ਼ਨ ਰਹਿੰਦਾ ਹੈ। ਕਰੰਟਲੀ 2017 ਵਿੱਚ ਇੰਡੀਆ ਨੇ ਇੱਕ ਫਲੈਗ ਇੱਥੇ 360 ਫੀਟ ਹਾਈ ਫਲੈਗ ਜਿਹੜਾ ਹੈ ਇੱਥੇ ਇੰਸਟਾਲ ਕੀਤਾ ਸੀ, ਪਰ ਪਾਕਿਸਤਾਨ ਨੇ ਉਸ ਦੇ ਰਿਸਪੌਂਸ ਵਿੱਚ ਆਪਦੀ ਸਾਈਡ ਦੇ 400 ਫੀਟ ਲੰਬਾ ਜਾਂ ਹਾਈ ਫਲੈਗ ਜਿਹੜਾ ਹੈ ਆਪਦਾ ਇੰਸਟਾਲ ਕਰਤਾ। ਹੁਣ ਕੰਪੀਟੀਸ਼ਨ ਹੋਣਾ ਹੀ ਹੈ, ਤਾਂ ਹੁਣ ਇੰਡੀਆ ਨੇ ਕਿਆ ਕੀਤਾ 2023 ਦੇ ਵਿੱਚ 418 ਫੀਟ ਉੱਚਾ ਫਲੈਗ ਜਿਹੜਾ ਹੈ ਲਾਂਚ ਕੀਤਾ ਹੈ, ਰਾਈਟ। 3.5 ਕਰੋੜ ਦੀ ਲਾਗਤ ਤੇ ਇਹ ਫਲੈਗ ਜਿਹੜਾ ਹੈ ਇੰਟਰੋਡਿਊਸ ਕੀਤਾ ਗਿਆ ਹੈ। ਮੇ ਬੀ ਪ੍ਰੀਲਿਮਸ 'ਚ ਕਦੀ ਕੁਐਸਚਨ ਆ ਜਾਂਦਾ ਕਿ ਟਾਲੈਸਟ ਫਲੈਗ ਕਿਹੜੇ ਨੇਸ਼ਨ ਦਾ ਹੈ, ਕਿੰਨੇ ਫੀਟ ਦਾ ਹੈ, ਕਿਹੜੇ ਬਾਰਡਰ ਤੇ ਹੈ, ਸਮਥਿੰਗ ਲਾਈਕ ਦੈਟ ਕੈਨ ਬੀ ਆਸਕਡ, ਤਾਂ ਇਹ ਥੋੜੀ ਜਿਹੀ ਇਨਫੋਰਮੇਸ਼ਨ ਯਾਦ ਰੱਖੋ। ਇੰਟਰਵਿਊ 'ਚ ਵੀ ਕਈ ਵਾਰ ਇਹ ਜਿਹੇ ਕੁਐਸਚਨਸ ਪੁੱਛ ਲੈਂਦੇ ਆ। ਠੀਕ ਹੈ ਜੀ। ਨੈਕਸਟ ਹੈਗਾ 12 ਨੇਸ਼ਨਸ, ਅਗੇਨ ਪ੍ਰੀਲਿਮਸ ਲਈ ਇੰਪੋਰਟੈਂਟ। ਗੋਆ ਮੈਰੀਟਾਈਮ ਐਨਕਲੇਵ ਕੌਨਕਲੇਵ ਚੱਲ ਰਿਹਾ ਹੈ, ਅਕਤੂਬਰ 29 to 31 ਇਹਨੇ ਚੱਲਣਾ ਹੈ। ਇਸ ਦੇ ਵਿੱਚ 12 ਨੇਸ਼ਨਸ ਪਾਰਟਿਸਿਪੇਟ ਕਰ ਰਹੇ ਹੈ, ਇਨਕਲੂਡਿੰਗ ਇੰਡੀਆ, ਤੇ ਬਾਕੀ ਜਿਹੜੇ ਵੀ ਆਪਣੇ ਇੰਡੀਅਨ ਓਸ਼ਨ ਦੇ ਅਰਾਊਂਡ ਜਿਹੜੀਆਂ ਕੰਟਰੀਜ਼ ਹੈ ਮੋਸਟਲੀ ਉਹ ਪਾਰਟਿਸਿਪੇਟ ਕਰ ਰਹੀਆਂ ਹੈ। ਇੱਥੇ ਅਫਰੀਕਨ ਕੰਟਰੀਜ਼ ਤੁਸੀਂ ਦੇਖ ਪਾ ਰਹੇ ਹੋ, ਮੈਡਾਗਾਸਕਰ, ਕੋਮੋਰੋਸ ਸੌਰੀ, ਐਂਡ ਸੀਸ਼ਲਸ, ਰਾਈਟ। ਉਸ ਤੋਂ ਬਾਅਦ ਮੋਰਿਸ਼ੀਅਸ, ਸ਼੍ਰੀਲੰਕਾ, ਬਾਂਗਲਾਦੇਸ਼, ਮਾਇਨਮਾਰ, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ ਐਂਡ ਇੰਡੋਨੇਸ਼ੀਆ, ਰਾਈਟ। ਸੋ ਇਹ 12 ਜਿਹੜੀਆਂ ਕੰਟਰੀਜ਼ ਹੈ ਇੱਥੇ ਪਾਰਟਿਸਿਪੇਟ ਕਰ ਰਹੀਆਂ ਇਸ ਕੌਨਕਲੇਵ ਵਿੱਚ। ਕਈ ਵਾਰ ਪ੍ਰੀਲਿਮਸ 'ਚ ਕੁਐਸਚਨ ਆ ਜਾਂਦਾ ਹੈ, ਸੋ ਇਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ। ਗੋਆ ਵਿੱਚ ਇਹ ਕੌਨਕਲੇਵ ਹੋਇਆ ਹੈ ਐਂਡ ਕਿਨੇ ਇਸ 'ਚ ਪਾਰਟਿਸਿਪੇਟ ਕੀਤਾ ਹੈ। ਇਹਦਾ ਥੀਮ ਵੀ ਕਿਆ ਹੈ, ਮੈਰੀਟਾਈਮ ਸਿਕਿਉਰਿਟੀ ਇਨ ਇੰਡੀਅਨ ਓਸ਼ਨ ਰੀਜਨ, ਰਾਈਟ। ਮੈਰੀਟਾਈਮ ਸਿਕਿਉਰਿਟੀ ਲਈ ਇਹ ਕਨਕਲੇਵ ਕੀਤਾ ਜਾ ਰਿਹਾ ਹੈ। ਦੇਖੋ ਡਿਫਰੈਂਟ ਪ੍ਰੋਬਲਮਸ ਹੈ, ਜਿਵੇਂ ਕਿ ਪਾਇਰੇਸੀ ਹੋ ਗਿਆ, ਰਾਈਟ, ਜਾਂ ਟੈਰਰਿਜ਼ਮ ਵੀ ਹੁੰਦਾ ਹੈ, ਡਰੱਗ ਦਾ ਟ੍ਰੇਡ ਵੀ ਹੁੰਦਾ ਹੈ, ਕਾਫੀ ਸਾਰੇ ਇਸ਼ੂਜ਼ ਜਿਹੜੇ ਹੈ ਇਸ ਏਰੀਆ ਵਿੱਚ ਪਾਏ ਜਾਂਦੇ ਨੇ। ਉਹਨਾਂ ਸਭ ਨੂੰ ਸੋਲਵ ਕਰਨ ਲਈ ਇਹ ਕਨਕਲੇਵ, ਕਾਮਨ ਸਿਕਿਉਰਿਟੀ ਕਨਕਲੇਵ ਜਿਹੜਾ ਹੈ ਕੰਡਕਟ ਕੀਤਾ ਜਾ ਰਿਹਾ ਹੈ, ਰਾਈਟ। ਫਾਈਨਲ ਨਿਊਜ਼ ਪ੍ਰੀਲਿਮਸ ਲਈ, ਹੈਮੂਨ ਨਾਮ ਦਾ ਸਿਵੀਅਰ ਸਾਈਕਲੋਨ ਉੜੀਸਾ ਦੇ ਬਾਰਡਰਸ ਤੇ ਆ ਰਿਹਾ ਹੈ। ਕਈ ਵਾਰ ਪੁੱਛ ਲੈਂਦੇ ਆ ਹੈਮੂਨ ਕਿਸ ਸਟੇਟ ਦੇ ਵਿੱਚ ਸਟ੍ਰਾਈਕ ਕੀਤਾ ਸੀ, ਦੇ ਵਿਲ ਗਿਵ ਯੂ ਵੇਰੀਅਸ ਆਪਸ਼ਨਸ, ਗੁਜਰਾਤ, ਆਂਧਰਾ, ਉੜੀਸਾ। ਸੋ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਉੜੀਸਾ ਦੀ ਸਾਈਡ ਤੇ ਹੈਮੂਨ ਜਿਹੜਾ ਹੈ ਰੀਸੈਂਟ ਸਾਈਕਲੋਨਿਕ ਸਟਾਰਮ ਦੇਖਿਆ ਗਿਆ ਹੈ, ਰਾਈਟ। that is all for this discussion। prelims means ਸਾਰੇ topics ਮਿਲਾ ਕੇ we have discussed। if you have any doubt, any further query related to your UPSC PCS preparation, you can contact us at this number, will be there to help you। that is all for today, thank you so much for joining।